ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਜਸਬੀਰ ਸਿੰਘ ਜੀ ਪੱਟੀ ਜਿਨ੍ਹਾਂ ਦਾ ਆਪਣਾ ਵਿਲੱਖਣ ਅੰਦਾਜ਼ ਹੈ, ਤੁਸੀਂ ਪਸੰਦ ਕਰਦੇ ਹੋ। ਗੱਲਬਾਤ ਲਈ ਹਾਜ਼ਰ ਨੇ। ਪੱਟੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਬੜੀ ਕਿਰਪਾ ਜੀ। ਚਲੋ ਕਿਰਪਾ ਚਾਹੀਦੀ ਹੈ। ਅੱਛਾ ਪੱਟੀ ਸਾਹਿਬ, ਸਾਡੇ ਜਿਹੜਾ ਭਾਰਤ ਹੈ ਇਹਦੇ ਵਿੱਚ ਜਿਹੜੀਆਂ ਨੇ ਵੱਖ-ਵੱਖ ਰਿਆਸਤਾਂ ਸਨ, ਵੱਖ-ਵੱਖ ਕੰਟਰੀਆਂ ਸਨ, ਵੱਖ-ਵੱਖ ਦੇਸ਼ ਸਨ ਜਿਨ੍ਹਾਂ ਨੂੰ ਮਿਲਾ ਕੇ ਭਾਰਤ ਬਣਿਆ। ਹਾਂਜੀ, ਜਿਵੇਂ ਅਮਰੀਕਾ ਯੂਨਾਈਟਿਡ, ਉਹਦੇ ਵਿੱਚ ਵੱਖ-ਵੱਖ ਜਿੱਦਾਂ ਫਰੀਦਕੋਟ ਹੋਇਆ, ਪਟਿਆਲਾ ਹੋਇਆ, ਮਤਲਬ ਕਪੂਰਥਲਾ ਹੋਇਆ, ਵੱਖ-ਵੱਖ ਰਿਆਸਤਾਂ ਸਨ। ਫਰੀਦਕੋਟ ਦੀ ਰਿਆਸਤ ਦਾ ਕਾਫੀ ਲੰਬਾ ਚੌੜਾ ਵਿਵਾਦ ਪਹਿਲਾਂ ਚੱਲਦਾ ਰਿਹਾ, ਜਾਇਦਾਦ ਦਾ ਮਾਮਲਾ। ਹੁਣ ਪਤਾ ਲੱਗਾ ਹੈ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਰੱਖਿਆ ਬਹਾਲ। ਕੀ ਕਹਿਣਾ ਚਾਹੋਗੇ? ਫਰੀਦਕੋਟ ਦੇ ਰਾਜਾ ਜਿਹੜੇ ਸੀ 1918 ਦੇ ਵਿੱਚ 3 ਸਾਲ ਦੀ ਉਮਰ ਦੇ ਰਾਜਾ ਨੇ, ਤੇ ਰਾਜਾ ਬਣਨ ਤੋਂ ਬਾਅਦ ਮੁੜ ਕੇ ਇਹ ਪ੍ਰਵਾਨ ਹੋਏ, ਵੱਡੇ ਹੋਏ, ਸਭ ਕੁਝ ਹੋਏ, ਤੇ ਨਰਿੰਦਰ ਕੌਰ ਨਾਮ ਦੀ ਇੱਕ ਲੜਕੀ ਨਾਲ ਬੜੀ ਸੁੰਦਰ ਤੇ ਸੁਸ਼ੀਲ ਨਾਲ ਸ਼ਾਦੀ ਹੋਈ। ਉਹਦੇ ਚ ਇਹਨਾਂ ਦੀਆਂ 3 ਬੇਟੀਆਂ ਹੁੰਦੀਆਂ ਨੇ। ਇੱਕ ਜਤਿੰਦਰ ਕੌਰ ਹੁੰਦੀ ਆ, ਇੱਕ ਅੰਮ੍ਰਿਤ ਕੌਰ ਹੁੰਦੀ, ਇੱਕ ਮਹੀਪਿੰਦਰ ਕੌਰ ਹੁੰਦੀ, ਇੱਕ ਇਹਨਾਂ ਦਾ ਬੇਟਾ ਹੁੰਦਾ ਹਰਮਹਿੰਦਰ ਸਿੰਘ ਨਾਮ। ਇਹ ਜਿਹੜਾ ਬੇਟਾ ਵਾ, ਇਹ ਲੜਕੀਆਂ ਜਿਹੜੀਆਂ ਨੇ ਇਹਨਾਂ ਨੇ ਵਸੀਅਤ ਜਿਹੜੀ ਕੀਤੀ ਸੀ ਉਹਦੇ ਵਿੱਚੋਂ ਮਹੀਪਿੰਦਰ ਕੌਰ ਨੂੰ ਬਾਹਰ ਰੱਖਿਆ, ਬਾਹਰ ਤੋਂ ਰੱਖਿਆ ਸੀ, ਤੇ ਉਹਨੇ ਆਪਣੀ ਮਨਮਰਜ਼ੀ ਨਾਲ ਸ਼ਾਦੀ ਕਰਾਈ ਸੀ, ਤੇ ਇਹ ਰਾਜਾ ਜਿਹੜਾ ਸੀ ਨਹੀਂ ਚਾਹੁੰਦਾ ਸੀ। ਹੁਣ ਜਿਹੜਾ ਇਹਨਾਂ ਦਾ ਬੇਟਾ ਸੀਗਾ, ਇਹਦੀ 1981 ਦੇ ਵਿੱਚ ਇੱਕ ਰੋਡ ਐਕਸੀਡੈਂਟ ਡੈਥ ਹੋਈ। ਡੈਥ ਹੋਣ ਤੋਂ ਬਾਅਦ ਫਿਰ ਜਿਹੜੇ ਸੀ ਰਾਜਾ ਬਰਾੜ ਸਾਹਿਬ, ਹਰਿੰਦਰ ਸਿੰਘ ਬਰਾੜ ਰਾਜਾ ਜਿਹੜੇ ਸੀ, ਬੜਾ ਕਾਫੀ ਮਜੂਸ ਰਹਿੰਦੇ। ਫਿਰ ਉਹ ਵਸੀਅਤ ਕਰਦੇ। ਵਸੀਅਤ ਕਰਨ ਤੋਂ ਬਾਅਦ ਵੀ ਇੱਕ ਦਾ ਟਰਸਟ ਹੁੰਦਾ ਜੀ, ਮਹਾਰਾਵਲ ਕੀਵਾ ਟਰਸਟ। ਇਹ ਟਰਸਟ ਦਾਵਾ ਕਰਦਾ ਕਿ ਇਹ ਜਾਇਦਾਦ ਸਾਡੀ ਹੈ। ਇਹਨਾਂ ਦੀ ਮੌਤ ਤੋਂ ਬਾਅਦ 1992 ਦੇ ਵਿੱਚ ਇਹਨਾਂ ਦੀ ਜਿਹੜੀ ਆ 93 ਦੇ ਇਹਨਾਂ ਦੀ ਬੇਟੀ ਜਿਹੜੀ ਆ ਉਹਦਾ ਅਦਾਲਤ ਕੇਸ ਚੱਲਦਾ ਵਾ। 2013 ਦੇ ਵਿੱਚ ਜਿਹੜੀ ਕੋਰਟ, ਹਾਈ ਕੋਰਟ ਇਹਨਾਂ ਦੇ ਹੱਕ ਚ ਫੈਸਲਾ ਦਿੰਦੀ, ਤੇ ਜਿਹੜੀ ਹੱਕ ਚ ਫੈਸਲਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਚਲੇ ਜਾਂਦਾ ਟਰਸਟ ਦਾ। ਹੁਣ ਸੁਪਰੀਮ ਕੋਰਟ ਨੇ ਟਰਸਟ ਵੀ ਭੰਗ ਕਰ ਦਿੱਤਾ ਤੇ ਕਹਿ ਦਿੱਤਾ ਕਿ ਇਹਦੇ ਵਾਰਸ ਇਹਦੀਆਂ ਬੇਟੀਆਂ ਤੇ ਇੱਕ ਜਤਿੰਦਰ ਕੌਰ ਤਾਂ ਹੈ ਨਹੀਂ, ਇਹਨਾਂ ਦੇ ਬੇਟੀਆਂ ਦੇ ਵਾਰਸ ਤੇ ਇਹਨਾਂ ਦੇ ਬੇਟੇ ਦੇ ਵਾਰਸ ਹੋਣਗੇ, ਬਾਕੀ ਕੋਈ ਨਹੀਂ। ਉਹਨਾਂ ਚ ਬਕਾਇਦਾ ਤੌਰ ਤੇ ਜਤਿੰਦਰ ਕੌਰ ਜਿਹੜੀ ਉਹਨੂੰ 37.5% ਦੀ, ਅੰਮ੍ਰਿਤ ਕੌਰ ਨੂੰ 37.5% ਦੀ, ਜਿਹੜਾ ਇੱਕ ਮਨਜੀਤ ਸਿੰਘ ਹੋ ਗਿਆ 5% ਤੇ ਇੱਕ ਬੇਟੇ ਨੂੰ 12.5% ਦੀ, ਤੇ ਇੱਕ ਭਾਂਜੀ ਨੂੰ 12.5% ਦੀ ਵੰਡ ਕੀਤੀ ਹੈ। 50,000 ਕਰੋੜ ਦੀ ਸੰਪਤੀ ਆ। ਕਿਲ੍ਹਾ ਮੁਬਾਰਕ ਜਿਹੜਾ ਫਰੀਦਕੋਟ ਦਾ ਮਸ਼ਹੂਰ ਆ ਇਸ ਵੇਲੇ, ਉਹ ਵੀ ਇਹਦੀ ਪ੍ਰਾਪਰਟੀ। ਸਵਾਲ ਇਹ ਪੈਦਾ ਹੁੰਦਾ ਵੀ ਜਿਹਨਾਂ ਦੇ ਕਬਜ਼ੇ ਉਹਨਾਂ ਕੋਈ ਛਡਾਉਣੀ ਕਿਵੇਂ ਹੈ, ਉਹ ਕੱਚੇ ਪਰੀ ਛੱਡਣੇ ਲੱਗੇ। ਕਿ 50,000 ਦੀ ਪ੍ਰਾਪਰਟੀ ਕੋਈ ਥੋੜੀ ਜਿਹੀ ਹੋਣੀ। ਇਸ ਕਰਕੇ ਇੱਥੇ ਨਹੀਂ, ਇਹਨਾਂ ਦੀਆਂ ਵਿਦੇਸ਼ਾਂ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਬੜੇ ਬੜੇ ਤਗੜੇ ਮਹੱਲ ਹੈਗੇ। ਜਿਹੜਾ ਸਾਰਾ ਮਿਲਾ ਕੇ ਇਹਨਾਂ 50,000 ਦੀ ਐਵਰੇਜ ਕੱਢੀ ਸੀਗੀ। ਅਜੇ ਕੋਈ ਪਤਾ ਨਹੀਂ ਹੈ ਟਰਸਟ ਵਾਲੇ ਫਿਰ ਉਹ ਫਿਰ ਅੱਗੇ ਇੱਕ ਅਪੀਲ ਹੋਰ ਕਰ ਦਿੰਦੇ, ਅਪੀਲਾਂ ਕੀ ਚੱਲਦੀ ਰਹਿੰਦੀਆਂ, ਕੋਈ ਹੋਰ ਵੀ ਭਰਾ ਦਿਨ ਇਹ ਕੰਮ ਚੱਲਦਾ ਰਹੇਗਾ। ਲੱਗਦਾ ਕਿ ਜੇ ਇਹਦਾ ਸਿਲਸਿਲਾ ਜਿਹੜਾ ਨਾ ਲੜਾਈ ਨਹੀਂ ਚੱਲਦੀ ਰਹੇਗੀ, ਮੁੱਕਣ ਵਾਲੀ ਨਹੀਂ ਹੈਗੀ। ਲੇਕਿਨ ਇਹ ਆ ਵੀ ਉਹਨਾਂ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਬਹਾਲ ਰੱਖ ਕੇ ਹੁਣ ਆਖਰੀ ਇੱਕ ਪੌੜੀ ਸੀ ਜਿੱਥੋਂ ਉਹ ਖਤਮ ਹੋ ਚੁੱਕੀ ਹੈ। ਲੇਕਿਨ ਕੋਈ ਉਦੋਂ ਕੋਈ ਹੋਰ ਉੱਠੂਗਾ, ਕੋਈ ਲੋਅਰ ਕੋਰਟ ਪਾ ਦੂਗਾ, ਫਿਰ ਕੇਸ ਚੱਲੂਗਾ। ਲੇਕਿਨ ਉਮੀਦ ਆ ਵੀ ਸੁਪਰੀਮ ਕੋਰਟ ਕਹੇਗੀ ਕਿ ਇਹਨੂੰ ਇੰਪਲੀਮੈਂਟ ਕੀਤਾ ਜਾਵੇ। ਸੁਪਰੀਮ ਕੋਰਟ ਕਰਵਾਈ ਤੇ ਨਾਲ ਹੀ ਪਾਉਂਦੇ ਵੀ ਸਾਨੂੰ ਜਗ੍ਹਾ ਖਾਲੀ ਵੀ ਕਰਵਾ ਕੇ ਦਿੱਤੀ ਜਾਵੇ ਇਹਨਾਂ ਕੋਲ, ਸਾਡੇ ਜਿਹੜੀ ਜਾਇਦਾਦ ਕਬਜ਼ੇ ਦੇ ਵਿੱਚ। ਵੇਖੋ ਬੇਸਿਕਲੀ ਟਰਸਟ ਬਣੀ। ਹਾਂਜੀ, ਉਹ ਬਕਾਇਦਾ ਤੌਰ ਤੇ ਡੀਸੀ ਨੂੰ ਦਰਖਾਸਤ ਦੇਣਗੇ ਤੇ ਸੁਪਰੀਮ ਕੋਰਟ ਨੇ ਆ ਵੇਖੋ ਸਾਡੇ ਹੱਕ ਦੇ ਵਿੱਚ ਜਿਹੜਾ ਫੈਸਲਾ ਕੀਤਾ, ਸਾਨੂੰ ਇਹਦੀ ਜਿਹੜੀ ਕਬਜ਼ਾ ਕਰਨਾ ਚਾਹੀਦਾ। ਜੀ। ਚਲੋ
ਵਾਰਸਾਂ ਨੂੰ ਵੈਸੇ ਹੱਕਦਾਰ ਮਿਲਣਾ ਚਾਹੀਦਾ। ਜੋ ਹੁਣ ਟਰਸਟ ਬਣਾਇਆ ਸੀ ਕਿਸੇ ਕਾਰਨ ਕਰਕੇ, ਟਰਸਟ ਜਿੰਦਿਆਂ ਜੀ ਟਰਸਟ ਹੁੰਦਾ ਹੈ, ਬਾਅਦ ਦੇ ਵਿੱਚ ਟਰਸਟ ਨੂੰ ਜੇ ਉਹਨਾਂ ਨੇ ਕਿਹਾ ਕਿ ਵਾਕਿਆ ਹੀ ਕੋਈ ਇਹੋ ਜਿਹੀਆਂ ਕਾਨੂੰਨੀ ਨੁਕਤਾ ਨਿਗਾਹ ਹੈਗੇ, ਹੁਣ ਭਾਰਤ ਦਾ ਕਾਨੂੰਨ ਜਿਹੜਾ ਹੈ, ਬਾਕੀ ਚਲੋ ਜੀ ਕਾਨੂੰਨੀ ਫੈਸਲਾ ਆਇਆ, ਆਪਾਂ ਡਿਸਕਸ ਕਰ ਰਹੇ ਹਾਂ, ਤੇ ਵਾਰਸ ਤਾਂ ਵਾਰਸ ਹੀ ਹੁੰਦੇ ਨੇ ਜੀ। ਅੱਛਾ, ਬਿਲਕੁਲ ਇੱਕ ਵਾਰਸ ਜੰਮਣ ਵਾਲੀਆਂ ਹੁੰਦੀਆਂ ਨੇ, ਬਿਲਕੁਲ ਇੱਕ ਵਾਰਸ ਜੰਮਣ ਵਾਲੀਆਂ ਹੁੰਦੀਆਂ ਨੇ। ਦੁਨੀਆ ਭਰ ਦੇ ਵਿੱਚ ਇਹਨਾਂ ਜੰਮਣ ਵਾਲੀਆਂ ਨੂੰ, ਵਾਰਸਾਂ ਨੂੰ ਵਾਰਸ ਹੀ ਮਾਰਦੇ ਨੇ। ਜੀ 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 ਪਿਛਲੇ 10 ਸਾਲਾਂ ਦੇ ਵਿੱਚ ਪਤਾ ਲੱਗਾ, ਖਬਰ ਹੈ ਕਿ ਭਾਰਤ ਵਿੱਚ 1 ਕਰੋੜ ਤੋਂ ਵੀ ਵੱਧ ਕੁੜੀਆਂ ਨੂੰ ਕੁੱਖਾਂ ਵਿੱਚ ਮਾਰ ਦਿੱਤਾ ਗਿਆ। ਪਹਿਲਾਂ ਬੜੀ ਮਾੜੀ ਜੰਮਦੀ ਹੁੰਦੀ ਸੀ, ਦਾਈ ਇਸ਼ਾਰਾ ਕਰਦੀ ਸੀ, ਗਲਾ ਕੁੱਟਣ ਦਾ ਕਈ ਤਰ੍ਹਾਂ ਦੇ ਕਹਿੰਦੇ ਉਹਨੂੰ ਨਾਗਣੀ ਵੀ ਦਿੱਤੀ ਜਾਂਦੀ ਸੀ। ਬਿਲਕੁਲ ਬੜੇ ਤਰੀਕੇ ਸਨ। ਕਿੰਨਾ ਅਸੀਂ ਜ਼ਾਲਮ ਆ, ਕਿੰਨਾ ਅਸੀਂ ਕਰੂਰ ਆ, ਕਿੰਨਾ ਸਾਡਾ ਇਹ ਸਮਾਜ। ਅੱਜ ਜਿੱਥੇ ਲਿਖਿਆ ਹੁੰਦਾ ਇੱਥੇ ਲਿੰਗ ਟੈਸਟ ਨਹੀਂ ਹੁੰਦੇ, ਸਭ ਤੋਂ ਜ਼ਿਆਦਾ ਕੁਕਰਮ ਉੱਥੇ ਹੁੰਦਾ। ਔਰ 10 ਸਾਲਾਂ ਦੇ ਵਿੱਚ 1 ਕਰੋੜ ਤੋਂ ਵੀ ਵੱਧ ਕੁੜੀਆਂ ਨੂੰ ਕੁੱਖਾਂ ਵਿੱਚ ਮਾਰ ਦਿੱਤਾ ਗਿਆ। ਆ ਪਿੱਛੇ ਜੇ ਸਟੋਰੀ ਪੜ੍ਹਦਾ ਪਿਆ ਸੀ ਮੈਂ, ਹਰਿਆਣੇ ਵਾਲੇ ਸ਼ੋਰੇ ਜਿਹੜੇ ਨੇ ਉਹ ਕਈ ਕੁਆਰੇ ਹੀ ਤੁਰੇ ਫਿਰਦੇ ਨੇ ਜੇ ਕੁੜੀਆਂ ਨਹੀਂ ਮਿਲ ਰਹੀਆਂ। ਕਿੰਨਾ ਜ਼ਾਲਮ ਹੈ ਇਨਸਾਨ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਇਹ ਗੱਲ ਦੀ, ਇਹ ਕੱਲ ਵਾਇਰ ਦੀ ਸਟੋਰੀ ਹੈ। ਵਾਇਰ ਬੜਾ ਤਕੜਾ ਪੇਪਰ ਆ, ਇੰਟਰੈਸਟ ਪੇਪਰ ਆ, ਉਹਦੀ ਸਟੋਰੀ ਹੈ। ਉੱਥੇ ਲਿਖਿਆ ਬਲਜੋਤ ਕੌਰ ਕੁੜੀ ਆ, ਉਹਨੇ ਸਟੋਰੀ ਕੱਢੀ ਸੀ। ਉਹਦੀ ਸਟੋਰੀ ਜਿਹੜੀ ਹੈ ਨਾ, ਉਹਨੇ ਅਮਰੀਕਾ ਦੀ ਇੱਕ ਸੰਸਥਾ ਹੈਗੀ ਆ, ਉਹਦੇ ਨਾਲ ਮਿਲ ਕੇ ਇਹ ਸਟੋਰੀ ਜਿਹੜੀ ਪੂਰੀ ਕੀਤੀ। ਉਹਦੇ ਵਿੱਚ ਕੀ ਕਹਿੰਦੀ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਆਬਾਦੀ ਹਿੰਦੂਆਂ ਦੀ ਆ, 89.8%, ਮਤਲਬ 80% ਦੇ ਕਰੀਬ ਹੈਗੀ। ਤੇ ਹਿੰਦੂ ਕਮਿਊਨਿਟੀ ਨੇ 2000 ਤੋਂ ਲੈ ਕੇ 2019 ਤੱਕ ਮਤਲਬ ਇਹਨਾਂ 20 ਸਾਲਾਂ ਦੇ ਵਿੱਚ, 2 ਦਹਾਕਿਆਂ ਦੇ ਵਿੱਚ 90 ਲੱਖ ਭਰੂਣ ਹੱਤਿਆਵਾਂ ਕੀਤੀਆਂ। 90 ਲੱਖ। ਤੇ ਐਵਰੇਜ ਬਣਦੀ ਇਹਨਾਂ ਦੀ 86.7%। ਜੇ ਆਪਾਂ ਸਿੱਖ ਭਾਈਚਾਰੇ ਦੀ ਗੱਲ ਕਰੀ, ਜਿਹੜੇ ਕਹਿੰਦੇ ਸੋ ਕਿਉਂ ਮੰਦਾ ਅੱਖੀ ਜੰਮਿਆ ਰਾਜਿਆਂ ਮਹਾਰਾਜ ਜਨਮ ਦੇਣ ਵਾਲੀ ਕੋਈ ਮੰਦਾ ਕਿਵੇਂ ਕਹਿੰਦੀ, ਘੱਟ ਉਹਨਾਂ ਵੀ ਨਹੀਂ ਕੀਤੀ। ਉਹਨਾਂ ਦੀ ਆਬਾਦੀ ਦੇਸ਼ ਦਾ 1.7% ਦੀ ਹਿੱਸਾ ਤੇ ਭਰੂਣ ਹੱਤਿਆ ਦੇ ਵਿੱਚ 4.9%, ਮਤਲਬ 5% ਦੇ ਕਰੀਬ ਇਹਨਾਂ ਨੇ ਭਰੂਣ ਹੱਤਿਆ ਕੀਤੀ। ਤੇ ਇਹ ਬੰਦੇ 4,40,000 ਇੰਨੀਆਂ ਭਰੂਣ ਹੱਤਿਆ ਕੀਤੀਆਂ। ਜੇ ਮੁਸਲਮਾਨਾਂ ਦੀ ਗੱਲ ਕਰੀਏ ਆਪਾਂ, ਤੇ ਮੁਸਲਮਾਨ ਦੀ ਆਬਾਦੀ ਜਿਹੜੀ ਆ ਉਹ 14% ਦੀ ਹੈ। ਉਹਨਾਂ ਦੇ ਜਿਹੜੀਆਂ 5,90,000 ਕਰੀਬ, ਮਤਲਬ 6 ਲੱਖ ਦੇ ਕਰੀਬ ਜਿਹੜੀਆਂ ਉਹਨਾਂ ਦੇ ਜਿਹੜੀਆਂ ਉਹ ਭਰੂਣ ਹੱਤਿਆ ਕੀਤੀਆਂ ਇਹਨਾਂ ਦੀਆਂ ਸਾਲਾਂ ਦੇ। ਤੇ ਉਹਨਾਂ ਦੀ ਐਵਰੇਜ 6.6% ਬਣਦੀ। ਸਾਡੇ ਇੱਥੇ ਈਸਾਈ ਵੀ ਹੈਗੇ। ਈਸਾਈਆਂ ਦੀ ਆਬਾਦੀ ਜਿਹੜੀ ਹੈ ਭਾਰਤ ਦੇ ਵਿੱਚ 2.3% ਦੀ ਹੈ। ਲੇਕਿਨ ਉਹਨਾਂ ਦੇ ਉੱਤੇ ਸਿਰਫ ਇਲਜ਼ਾਮ ਉਹਨਾਂ ਨੇ 50,000 ਭਰੂਣ ਹੱਤਿਆ ਦੀ ਤਲਾਸ਼ ਕੀਤੀ ਹੈ, ਔਰ ਉਹਨਾਂ ਦੀ ਐਵਰੇਜ 0.6 ਬਣਦੀ। ਹੁਣ ਜੇ ਆਪਾਂ ਜਿਹੜਾ ਸੈਂਪਲ ਰਜਿਸਟਰ ਸਿਸਟਮ ਆ ਉਹਦੇ ਮੁਤਾਬਕ ਲੈ ਲਈਏ, ਤੇ ਇੰਡੀਆ ਦੇ ਵਿੱਚ, ਪੂਰੇ ਭਾਰਤ ਦੇ ਵਿੱਚ 1000 ਕੁੜੀਆਂ ਦੇ ਪਿੱਛੇ 940 ਕੁੜੀਆਂ ਆ ਰਹੀਆਂ ਨੇ। ਜਦੋਂ ਇਹ ਭਰੂਣ ਦਾ ਸਿਸਟਮ ਨਹੀਂ ਸੀ, 1980 ਤੋਂ ਪਹਿਲਾਂ ਤੁਸੀਂ ਗੱਲ ਕਰ ਲਓ, ਉਦੋਂ 1000 ਦੇ ਪਿੱਛੇ 1200 ਕੁੜੀਆਂ ਹੈਗੀਆਂ, 1000 ਮੁੰਡੇ ਮਗਰ ਜੀ। ਹੁਣ ਜਿਹੜੀ ਇਹ 940 ਰਹਿ ਗਈਆਂ ਨੇ। ਤੇ ਪੰਜਾਬ ਤੇ ਹਰਿਆਣਾ ਦੀ ਹਾਲਤ ਜਿਹੜੀ ਆ ਇਹਨੂੰ ਬਦਤਰ। ਪੰਜਾਬ ਤੇ ਹਰਿਆਣਾ ਦੇ ਵਿੱਚ 1000 ਦੇ ਪਿੱਛੇ 895 ਕੁੜੀਆਂ ਰਹੀਆਂ। ਜਿਹੜੀ ਗੱਲ ਤੁਸੀਂ ਛੋਟੇ ਕੋਲੇ ਫਿਰਦੇ ਕੀ ਕਰ, ਬੜੀ ਕੁੜੀਆਂ ਨਹੀਂ ਹੈਗੀਆਂ। ਹੁਣ ਆਪਾਂ ਜੇ ਸਿੱਖਾਂ ਦੇ ਲੈ ਲਈਏ, ਸਿੱਖਾਂ ਦੇ ਵਿੱਚ 100 ਪਿੱਛੇ 100 ਮੁੰਡੇ, 100 ਕੁੜੀਆਂ ਦੇ ਪਿੱਛੇ 121 ਮੁੰਡੇ। ਤੇ ਜੇ ਆਪਾਂ ਸਿੱਖਾਂ ਜਿਹੜੇ ਦਲਿਤ ਆਉਂਦੇ, ਦਲਿਤ ਕਹਿੰਦੇ ਅਸੀਂ ਜਿਹੜੇ ਆ,
ਉਹਨਾਂ ਦੇ ਵਿੱਚ 100 ਪਿੱਛੇ 102 ਮੁੰਡੇ, ਮਤਲਬ ਸਭ ਤੋਂ ਵੱਧ ਰੁਝਾਨ ਉਹਨਾਂ ਦੇ ਵਿੱਚ ਘੱਟ ਆ। ਆਮ ਤੌਰ ਤੇ ਜਿਹੜੇ ਪੜ੍ਹੇ ਲਿਖੇ ਲੋਕ, ਥੋੜੇ ਸਹਿੰਦੇ ਲੋਕ, ਅਮੀਰ ਲੋਕ ਜਾਂ ਮਿਡਲ ਕਲਾਸ ਲੋਕ ਲੈ ਲਓ, ਉਹ ਭਰੂਣ ਹੱਤਿਆ ਵਾਲੇ ਪਾਸੇ ਜ਼ਿਆਦਾ ਤੁਰੇ ਨੇ। ਹਾਲੀ ਕਿ ਥਾਂ ਥਾਂ ਤੇ ਲਿਖਿਆ ਹੁੰਦਾ ਕਿ ਇੱਥੇ ਲਿੰਗ ਟੈਸਟ ਨਹੀਂ ਕੀਤਾ ਜਾਂਦਾ। ਜਿਸ ਕੰਟਰੀ ਦੇ ਵਿੱਚ ਅਸੀਂ ਅੱਖ ਮਾਰ ਲਓ ਜੀ, ਜਿਸ ਕੰਟਰੀ 'ਚ ਅਸੀਂ ਰਹਿੰਦੇ ਹਾਂ, ਅੱਖ ਮਤਾਲੋ ਦੂਜੇ ਪਾਸੇ ਦੀ, ਤੇ ਫਿਰ ਲਿੰਗ ਟੈਸਟ ਕਰ ਛੱਡ ਕੇ ਜੋ ਮਰਜ਼ੀ ਕਰਾ ਲਓ। ਬਸ ਹੁਣ ਇਹ ਵੇਖਣਾ ਪਊਗਾ ਵੀ ਪਰਚੇ ਕਿੰਨੇ ਦਰਜ ਕੀਤੇ, ਇਹਦੇ ਵਿੱਚ ਕਿੰਨੇ ਬੰਦੇ ਸਜ਼ਾ ਹੋਈ, ਕਿਉਂਕਿ ਇਹਦੇ ਵਿੱਚ ਪ੍ਰੋਵੀਜ਼ਨ ਜਿਹੜੀ ਆ 10 ਸਾਲ ਦੀ ਸਜ਼ਾ ਹੈਗੀ। ਉਹ ਆਉਣ ਵਾਲੇ ਦਿਨਾਂ 'ਚ ਆਪਾਂ ਠੀਕ ਕਰਾਂਗੇ, ਸਾਰੀ ਲਿਆਵਾਂਗੇ ਸਾਹਮਣੇ ਇਸ ਚੀਜ਼ ਨੂੰ। ਬੜੇ ਚੰਗੇ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ। ਬੜੀ ਖੁਸ਼ੀ ਹੁੰਦੀ ਆ ਜਦੋਂ ਲੋਹੜੀ ਆਉਂਦੀ ਹੈ ਤੇ ਸਾਨੂੰ ਜਦੋਂ ਫੋਨ ਕਰਦੇ ਨੇ ਨਾ, ਅੱਜ ਤੋਂ 25 ਵਰੇ, ਕਿਉਂਕਿ 25 ਸਾਲ ਦਾ ਸਫ਼ਰ ਬੜਾ ਵੱਡਾ ਹੈ ਦੋਸਤੋ। ਕੈਨੇਡਾ ਦੀ ਧਰਤੀ ਤੇ ਨਾਰਥ ਅਮਰੀਕਾ ਦੇ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ 2 ਘੰਟੇ ਰੰਗਲਾ ਪੰਜਾਬ। ਤਲਵੇ ਨਹੀਂ ਚੱਟੇ, ਕਾਰਨ ਇਹੀ ਆ ਕਿ ਉਹ ਜਿਹੜੇ ਅੱਜ ਕਹਿੰਦੇ ਨੇ ਝੂਠੇ ਸੱਚੇ ਸਬਸਕ੍ਰਾਈਬ ਜੇ ਬਣਾ ਕੇ ਕਿਸੇ ਦਾ 1.5 ਮਿਲੀਅਨ, ਕਿਸੇ ਦਾ 2 ਮਿਲੀਅਨ, ਕਿਸੇ ਦਾ ਉਹ ਆ। ਇੱਦਾਂ ਨਹੀਂ, ਸੱਚੀ ਤੇ ਖਰੀ ਤੇ ਸਪਸ਼ਟ ਗੱਲ ਕਹਿਣ ਦਾ ਆਦੀ ਸਾਡਾ ਸਾਰਾ ਸਟਾਫ। ਅਸੀਂ ਵੀ 2 ਘੰਟੇ ਨਾਰਥ ਅਮਰੀਕਾ ਦੇ ਵਿੱਚ ਵਾਹਿਦ ਰੰਗਲਾ ਪੰਜਾਬ ਪੰਜਾਬੀ ਦਾ ਇੱਥੇ ਪ੍ਰੋਗਰਾਮ ਚੱਲਦਾ ਸੀ। ਮੈਂ ਦਾਅਵੇ ਨਾਲ ਕਹਿੰਦਾ, ਸਾਈਡ ਚੈਨਲ ਚੱਲਦੇ ਸੀ, BC ਵੀ ਚੱਲਦੇ ਸੀ, ਇੱਥੇ ਵੀ ਚੱਲਦੇ ਸੀ, ਪਰ ਪੰਜਾਬੀ ਦਾ ਇੱਕੋ ਪ੍ਰੋਗਰਾਮ ਜਿਹੜਾ ਉਸ ਵਕਤ ਵੀ $700 ਡੇਲੀ ਦਿੰਦਾ ਸੀ 25 ਸਾਲ ਪਹਿਲਾਂ, 24 ਸਾਲ ਪਹਿਲਾਂ ਤੁਸੀਂ ਕਹਿ ਲਓ। ਹਾਂਜੀ, 97 ਤੋਂ ਬਾਅਦ 99 'ਚ 2 ਘੰਟੇ ਹੋਇਆ ਸਾਡਾ, ਤੇ ਉਦੋਂ ਕੋਈ ਪ੍ਰੋਗਰਾਮ ਨਹੀਂ ਸੀ। ਅਸੀਂ ਇਹ ਉਦੋਂ ਵੀ ਕਹਿੰਦੇ ਹੁੰਦੇ ਸਾਂ ਕਿ ਜਿਹੜੀਆਂ ਇਹ ਬੱਚੀਆਂ ਨੇ ਇਹਨਾਂ ਦੀਆਂ ਲੋਹੜੀਆਂ ਕਦੋਂ ਬਣਾਈਆਂ ਜਾਣਗੀਆਂ, ਤੇ ਉਦੋਂ ਟਾਵਾਂ ਪ੍ਰੋਗਰਾਮ ਦੇ ਵਿੱਚ ਕਾਲ ਆਉਂਦੀ ਹੁੰਦੀ ਸੀਗੀ। ਲੋਕ ਨਾ ਪਿਨ ਡ੍ਰੌਪ ਸਾਇਲੈਂਸ ਪ੍ਰੋਗਰਾਮ ਸੁਣਦੇ ਹੁੰਦੇ ਸੀਗੇ। ਹੁਣ ਤਾਂ ਸੋਸ਼ਲ ਨੈਟਵਰਕ ਮੀਡੀਆ ਵੀ ਹੈਗਾ, ਬੜੇ ਮਾਧਿਅਮ ਹੈਗੇ ਨੇ ਇਨਫੋਰਮੇਸ਼ਨ ਦੇ, ਹਨ। ਐਨ ਸ਼ਾਂਤ, ਕੋਈ ਟੈਲੀਵਿਜ਼ਨ ਨਹੀਂ, ਕੋਈ ਕੁਛ ਨਹੀਂ, ਪ੍ਰੋਗਰਾਮ ਰੰਗਲਾ ਪੰਜਾਬ ਚੱਲ ਰਿਹਾ। ਲੋਕਾਂ ਦੇ ਫੋਨ ਆਉਣੇ ਨਾ ਜਦੋਂ ਵੀ ਅਸੀਂ ਆਪਣੀ ਬੇਟੀ ਦੀ ਲੋਹੜੀ ਮਨਾਉਣੀ ਹੈ, ਤੇ ਸੈਂਕੜੇ ਕਾਲਸ ਆ ਜਾਂਦੀਆਂ ਸੀਗੀ, ਵਧਾਈ ਹੋਵੇ ਉਸ ਪਰਿਵਾਰ ਨੂੰ, ਵਧਾਈ ਹੋਵੇ ਉਸ ਪਰਿਵਾਰ ਨੂੰ, ਵਧਾਈ ਹੋਵੇ ਉਸ ਪਰਿਵਾਰ ਨੂੰ। ਹਾਂਜੀ, ਵਧਾਈ ਹੋਵੇ ਉਸ ਪਰਿਵਾਰ ਨੂੰ। ਆਫ ਦੀ ਏਅਰ ਵੀ ਬ੍ਰੇਕ ਨਾ ਮਿਲਣੀ ਸਾਨੂੰ ਕਾਲਾਂ ਚੁੱਕਣ ਦੀ। ਸਮਾਂ ਬਦਲ ਗਿਆ। ਲੋਕ ਹੁਣ ਇੱਥੇ ਨਾਰਥ ਅਮਰੀਕਾ ਦੇ ਵਿੱਚ ਵੀ ਲੋਹੜੀਆਂ ਬਣਾਉਂਦੇ ਨੇ ਧੀਆਂ ਦੀਆਂ, ਪਰ ਕਈ ਕੁਕਰਮੀ ਬੰਦੇ, ਲਾਹਨਤੀ ਬੰਦੇ ਮੱਥਾ ਤਾਂ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ। ਜਿਹੜੀ ਤੁਸੀਂ ਗੱਲ ਕੀਤੀ ਹੈ, ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਮੈਂ ਪੱਟੀ ਸਾਹਿਬ, ਕਿਸੇ ਵੇਲੇ ਸਾਡੇ ਇੱਥੇ ਭਾਈ ਬਲਦੇਵ ਸਿੰਘ ਜੀ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਲੱਥਾ ਕੀਤਾ, ਤੇ ਉਹ ਰਾਜਾਨ ਦਾ ਮਤਲਬ ਇੱਥੇ ਵੀ ਦੁਬਦਾ ਦੇ ਵਿੱਚ ਆਪਾਂ ਹੈਗੇ ਕਿ ਰਾਜੇ ਮਹਾਰਾਜੇ ਜੰਮਣ ਨਹੀਂ। ਉਹਦਾ ਮਤਲਬ ਤੁਹਾਨੂੰ ਮੈਂ ਕਿਸੇ ਦਿਨ ਇੱਕ ਸੈਗਮੈਂਟ ਸਕਿਪ ਕਰਕੇ ਉਹਨਾਂ ਨੂੰ ਲਿਆਵਾਂਗਾ, ਉਹ ਦੱਸਣਗੇ। ਬੜੀ ਵਧੀਆ ਨੌਲੇਜ ਉਹਨਾਂ ਦੇ ਕੋਲ, ਬਹੁਤ ਵਧੀਆ ਗਿਆਨ ਉਹਨਾਂ ਕੋਲ, ਕਿ ਇਹਦਾ ਮਤਲਬ ਵੀ ਸਾਨੂੰ ਇੱਥੇ ਵੀ ਔਰਤ ਮਰਦੀ ਜਾਮੇ ਨਹੀਂ, ਇਹ ਨਹੀਂ ਗਾ ਰਾਜਾਨ, ਰਾਜੇ ਨਹੀਂ ਆ। ਉਹਨਾਂ ਨੇ ਬੜਾ ਵਧੀਆ ਮਤਲਬ ਵਿਆਖਿਆ ਕੀਤੀ ਸੀ, ਤੇ ਬੜੇ ਫੋਨ ਕਾਲਸ ਆਏ ਸੀ। ਸੋ ਗੱਲ ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਇੱਥੋਂ ਜਦੋਂ ਜਾਂਦੇ ਨੇ ਨਾ ਇਹ ਕੁਕਰਮੀ ਬੰਦੇ, ਉੱਥੇ ਜਾ ਕੇ, ਇੱਥੇ ਤੇ ਭਰੂਣ ਹੱਤਿਆ ਹੁੰਦੀ ਨਹੀਂ, ਉੱਥੇ ਜਾ ਕੇ ਕਰਾ ਕੇ ਆਉਂਦੇ ਨੇ ਚੈੱਕਅਪ, ਤੇ ਫਿਰ ਖਾਲੀ ਪੇਟ ਹੀ ਆਉਂਦੇ ਨੇ। ਤੇ ਕਿਸੇ ਵੇਲੇ ਇਹੋ ਜਿਹੇ ਸਾਰੀ ਉਮਰ ਪਛਤਾਉਂਦੇ ਨੇ ਜਦੋਂ ਭਰੂਣ ਹੱਤਿਆ ਕਰਨ ਤੋਂ ਬਾਅਦ ਪਤਾ ਲੱਗਦਾ ਮੁੰਡਾ ਹੀ ਸੀ, ਮੁੰਡਾ ਹੀ ਸੀ। ਭੁੱਲ ਜਾਂਦੇ ਆ ਕਿ ਅਸੀਂ, ਸਾਨੂੰ ਇੱਕ ਜਨਮ ਦੇਣ ਵਾਲੀ ਮਾਂ, ਭੈਣ, ਸਾਡੇ ਘਰ ਬਾਉਣ ਵਾਲੀ ਧੀ, ਨੌਂ ਤੋਰਨ ਵਾਲੀ ਇਸ ਸੰਸਾਰ ਦੀ ਰਚੇਤਾ ਹੈ। 10 ਸਾਲਾਂ ਵਿੱਚ ਜੇ ਇਕੱਲੇ ਭਾਰਤ ਵਿੱਚ 1 ਕਰੋੜ ਤੋਂ ਵੱਧ ਕੁੜੀਆਂ ਨੂੰ ਕੁੱਖਾਂ 'ਚ ਮਾਰ ਦਿੱਤਾ ਗਿਆ, ਤੇ ਪੂਰੇ ਵਿਸ਼ਵ ਦੇ ਵਿੱਚ ਕਿੰਨਾ ਹੋਊਗਾ। ਇਹ ਇਕੱਲਾ ਭਾਰਤ ਦਾ ਨਹੀਂ ਆ, ਇਹ ਮਤ ਸੋਚਿਓ। ਮੈਂ ਅੱਜ ਤੋਂ ਕਈ ਸਾਲ ਪਿੱਛੇ ਲੈ ਜਾਣਾ, 96 ਮੇਰੀ ਬੇਟੀ ਪੈਦਾ ਹੋਈ ਸੀ, ਬੇਟਾ ਪਹਿਲਾਂ ਹੋ ਗਿਆ ਸੀ, ਬੇਟੀ ਪੈਦਾ ਹੋਈ ਸੀ। ਸਾਨੂੰ ਜਦੋਂ ਆ ਕੇ ਡਾਕਟਰ ਨੇ ਦੱਸਿਆ, ਬੜਾ ਚਾਅ ਚੜਿਆ। ਤੇ ਇੱਕ ਰੂਮ ਦੇ ਵਿੱਚ 2 ਲੇਡੀਜ਼ ਪਈਆਂ ਸੀ, ਮੇਰੀ ਵਾਈਫ ਤੇ ਇੱਕ ਹੋਰ ਲੇਡੀ। 100 ਸਾਲ ਬਾਅਦ ਵੀ ਇਹੀ ਲਫ਼ਜ਼ ਬੋਲਾਂਗਾ, ਸੱਚ ਹੈ। ਸਾਡੀ ਬੇਟੀ ਹੋਈ, ਕੰਗ੍ਰੈਚੁਲੇਸ਼ਨ ਜੀ, ਵਧਾਈਆਂ, ਕਿਉਂਕਿ ਬੇਟੀ ਆ। ਨਾਲ ਦੀ ਲੇਡੀ ਗੋਰੀ ਸੀ, ਨਾਲ ਦੀ ਲੇਡੀ ਗੋਰੀ ਸੀ, ਉਹਦੀ ਬੇਟੀ ਪੈਦੀ ਹੋਈ, ਤੇ ਅਸੀਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਕਹਿ ਬੈਠੇ। ਭਰਾਵਾ, ਸਾਡੇ ਗਲ ਪੈ ਗਏ ਉਹ। ਜਿਹੜੇ ਮੇਰੇ ਪੁਰਾਣੇ ਲਿਸਨਰ ਨੇ, ਪੁਰਾਣੇ ਦਰਸ਼ਕ ਵੀ ਹੋਣਗੇ, ਲਿਸਨਰ ਵੀ ਹੋਣਗੇ, ਇਸ ਚੀਜ਼ ਨੂੰ ਸ਼ਾਇਦ ਉਹਨਾਂ ਨੇ ਸੁਣਿਆ ਹੋਵੇ, ਯਾਦ ਹੋਵੇ। ਇਹੀ ਗੱਲ ਮੈਂ ਉਦੋਂ ਕਹੀ, 96 10 ਅਕਤੂਬਰ।
ਮੇਰੇ ਗੱਲ ਪੈ ਗਏ ਹੋ। ਤੁਸੀਂ ਕਿਦਾਂ ਸਾਨੂੰ ਕੰਗ੍ਰੈਚੁਲੇਸ਼ਨ ਕਹਤੀ? ਮੈਂ ਕਿਹਾ ਜੀ ਕਿਉਂ? ਕਹਿੰਦੇ ਜੀ ਸਾਡੇ ਤੇ 2 ਕੁੜੀਆਂ ਤੇ ਮੁੰਡਾ ਲੱਭਦੇ ਆ। ਇਹ ਸਾਰੇ ਹੀ ਥਾਵਾਂ ਤੇ ਹੈ। ਸਾਡਾ ਇਹ ਆ ਕਿ ਸਾਡੀ ਗਿਣਤੀ ਘੱਟ ਆ, ਜਿਹੜੀ ਤੁਸੀਂ ਦੱਸਿਆ ਕਿੰਨੇ 1.7 ਸਮਥਿੰਗ ਦੁਨੀਆ ਭਰ ਦੇ ਵਿੱਚ ਜੋ ਵੀ ਹੈਗੀ ਸਾਡੀ। ਇਸ ਕਰਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਦਾ ਜਿਹੜਾ ਉਪਦੇਸ਼ ਆ ਉਹ ਵੀ, ਪਰ ਐਜ ਏ ਮਨੁੱਖਤਾ ਦੇ ਨਾਤੇ ਵੀ ਜੋ ਇਸ ਸੰਸਾਰ ਤੇ ਜੀਵ ਹੈ ਉਹ ਆਪਣਾ ਕਰਮ ਲੈ ਕੇ ਆ ਰਿਹਾ, ਆਪਣਾ ਧਰਮ ਨਾਲ ਲੈ ਕੇ ਆ ਰਿਹਾ। ਸਾਨੂੰ ਕੋਈ ਲੋੜ ਨਹੀਂ ਗੀ ਉਹਨੂੰ ਰੋਕਣ ਦੀ। ਐਨੀਵੇ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਵਲਾ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ 1 ਕਰੋੜ ਦੀ ਆਬਾਦੀ ਜੰਮਣ ਤੋਂ ਪਹਿਲਾਂ ਹੀ ਉਹਨਾਂ ਦੀ ਹੱਤਿਆ। ਅੱਛਾ ਇੱਕ ਮਿੰਟ ਪੱਟੀ ਸਾਹਿਬ, ਸੌਰੀ, ਬੀੜ ਬਾਬਾ ਬੁੱਢਾ ਸਾਹਿਬ ਦੇ ਮੈਂ ਉੱਥੇ ਬਹੁਤ ਮਤਲਬ ਬਚਪਨ ਤੋਂ ਸੇਵਾ ਕਰਨ ਜਾਂਦੇ ਰਹੇ। ਇਹ ਬੇਟੀ ਮੈਂ ਉੱਥੇ ਸੁਖਣਾ ਸੁੱਖ ਕੇ ਲਈ ਸੀ। ਲੋਕੀ ਉੱਥੇ ਪੁੱਤ ਸੁਖਣਾ ਸੁੱਖ ਜਾਂਦੇ। ਹੈਲੋ। ਹਾਂਜੀ। ਇਹ ਤਾਂ ਜਿਹੜੀ ਹੈਗੀ ਹੈ ਰਿਕਾਰਡ ਦਿੱਤੇ ਹੈਗੇ ਨੇ, ਇਹਨਾਂ ਦੇ ਉੱਤੇ ਕੋਈ ਐਕਸ਼ਨ ਭਾਰਤ ਸਰਕਾਰ ਦਾ ਨਹੀਂ ਬਣਦਾ ਜਾਂ ਆਪਣਾ ਉਹਦੇ ਕੋਈ ਸਜ਼ਾ ਨਹੀਂ ਹੈਗੀ, ਕੋਈ ਉਹ ਨਹੀਂ ਹੈਗਾ ਜਿਹੜਾ ਮਰਜ਼ੀ ਮਤਲਬ ਕਿ ਡਾਕਟਰ ਆਪਣਾ ਭਰੂਣ ਹੱਤਿਆ ਕਰ ਦਿੰਦਾ ਹੈ ਜਾਂ ਕਿ ਚਾਹੇ ਮਾਪਿਓ ਆਪ ਕਰ ਦੇਣ, ਉਹਨਾਂ ਦੇ ਵਾਸਤੇ ਵੀ ਕੋਈ ਸਜ਼ਾ ਨਹੀਂ ਹੈਗੀ ਇਹਦੇ ਵਾਸਤੇ। ਜੇ ਇਹ ਰਜਿਸਟਰਡ ਹੈ, ਇਹ ਆંકੜੇ ਜੇ ਪੂਰੇ ਨੇ, ਇਹ ਪੂਰੇ ਨਹੀਂ ਹੈਗੇ ਮੇਰੇ ਹਿਸਾਬ ਸੇ ਤਾਂ ਇਸ ਤੋਂ ਜ਼ਿਆਦਾ ਹੀ ਹੋਣਗੇ ਜੀ। ਹਾਂਜੀ ਬੇਟੀ ਸਾਹਿਬ। ਹਾਂਜੀ। ਇਹ ਪ੍ਰੀ ਕੰਸੈਂਸ਼ਨ ਐਂਡ ਦੀ ਪ੍ਰੀਨੇਟਲ ਡਾਇਗਨੋਸਟਿਕ ਟੈਕਨੋਲੋਜੀ ਐਕਟ 1994 ਹੈ। ਇਹਦੇ ਤਹਿਤ 10 ਸਾਲ ਦੀ ਸਜ਼ਾ ਵਾ ਭਰੂਣ ਹੱਤਿਆ ਕਰਨ ਵਾਲੇ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਸਿੱਖ ਭਰੂਣ ਹੱਤਿਆ ਦਾ ਕੇਸ ਦਰਜ ਕਰਾਉਣ ਦੀ ਇਤਿਹਾਸ ਕੋਈ ਨਹੀਂ ਹੁੰਦਾ। ਜਿਹੜੇ ਅੰਕੜੇ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਨੇ, ਇਹਦੇ ਵਿੱਚ ਮੈਂ ਪਹਿਲਾਂ ਇੰਨੀ ਗੱਲ ਕਹੀ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹ ਵੀ ਲੈ ਕੇ ਆਵਾਂਗਾ ਵੀ ਇਹਨਾਂ ਦੇ ਖਿਲਾਫ ਕਿੰਨਿਆਂ ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਤੇ ਕਿੰਨਿਆਂ ਨੂੰ ਸਜ਼ਾ ਹੋਈ ਹੈ। ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਸਜ਼ਾ ਬਹੁਤ ਘੱਟ ਹੁੰਦੀ, ਬਹੁਤ ਘੱਟ। ਰੇਅਰ ਚਾਂਸ ਤੋਂ 1-2% ਵਧ ਜਾਂਦੀ। ਇਸ ਕਰਕੇ ਪਹਿਲਾਂ ਸ਼ੁਰੂ ਤੇ ਗੱਲ ਕਹੀ ਸੀ ਕਿ 10 ਸਾਲ ਦੀ ਪ੍ਰੋਵੀਜ਼ਨ ਵਿੱਚ ਹੈਗੀ ਆ, ਜਿਹੜਾ ਮੁਕੱਦਮਾ ਦਰਜ ਹੋਊਗਾ 10 ਸਾਲ ਬੰਦਾ ਅੰਦਰ ਜਾ ਸਕਦਾ ਵਾ। ਲੇਕਿਨ ਜੇ ਵੀ ਪਤਾ ਲੱਗੇ ਤੇ ਫਿਰ ਹੀ ਹੈ ਨਾ, ਕੋਈ ਆ ਕੇ ਸ਼ਿਕਾਇਤ ਕਰੇ ਤੇ ਫਿਰ ਹੀ ਨਾ। ਜਿਹੜੇ ਸਾਡੇ ਹੈਗੇ ਨੇ ਸੁਰੱਖਿਆ ਕਰਮਚਾਰੀ, ਜਿਹੜੀ ਸਾਡੀ ਪੁਲਿਸ ਆ, ਉਹਨਾਂ ਕੋਲ ਤੇ ਟਾਈਮ ਨਹੀਂ, ਕੋਈ ਹੋਰ ਕੰਮ ਕਰਦੇ ਤੇ ਬਾਕੀ ਉਹਨੇ ਕੀ ਕਰਨਾ ਵਾ ਜੀ। ਇਹ ਤੇ ਕੋਈ ਨਿੱਜੀ ਇੰਟਰਸਟ ਲਵੇ, ਕੋਈ ਸੰਸਥਾ ਉੱਥੇ ਵੀ ਪਈ ਕਰਦੇ ਆ ਫਸੇ ਨਹੀਂ ਕਰਾਉਂਦੇ ਪਰਚੇ ਵਿੱਚ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਪਰਚੇ ਦਰਜ ਹੁੰਦੇ ਵੀ ਆ, ਹੋਣ ਤੋਂ ਬਾਅਦ ਮੁੜ ਕੇ ਉਹ ਰੱਦ ਨਹੀਂ ਹੁੰਦੇ ਕਈ ਗੱਲਾਂ ਵਿੱਚ ਪਾ ਕੇ। ਇਸ ਕਰਕੇ ਇਹਦੇ ਵਿੱਚ ਕੱਢਾਂਗੇ ਆਪਾਂ ਸਭ ਕੁਝ ਕਿ 10 ਸਾਲ ਦੀ ਪ੍ਰੋਵੀਜ਼ਨ ਸਜ਼ਾ ਦੀ ਤੇ ਹੈਗੀ। ਲਾਸਟ ਕਾਲ ਲੈਨੇ ਆ। 2 ਸਵਾਲ ਨੇ, 1 ਸਵਾਲ ਤਾਂ ਆਪਾਂ ਸਵੇਰੇ ਕਰਾਂਗੇ ਕਿਉਂਕਿ ਤੁਸੀਂ ਸਵੇਰੇ ਹਾਜ਼ਰ ਹੋਣਾ ਹੈ। ਅਗਲਾ ਕੁਐਸਚਨ ਮੇਰਾ, ਲਖੀਮਪੁਰ ਖੀਰੀ ਹਿੰਸਾ ਵਿੱਚ ਜਿਹੜੋ ਅਸੀਸ ਮਿਸਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਨੋਟਿਸ ਭੇਜਿਆ, ਪਰੰਤੂ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਜਿਹੜੇ ਚੱਲਦੀ ਸੀ ਗੱਲ, ਚਲੋ ਮੇਰੇ ਗੱਲ ਯਾਦ ਆ ਗਈ, ਪਿਛਲੇ 2 ਸਾਲਾਂ ਦੀ ਗੱਲ ਆ। ਪਿੰਡੋਂ ਕਿਸੇ ਨੇ ਦੱਸਿਆ ਤੇ ਬੰਦੇ ਪੜ੍ਹੇ ਲਿਖੇ ਆ, ਪੜ੍ਹਾਉਂਦੇ ਆ। ਦੇਖੋ ਉਹਦੇ 2 ਪਹਿਲਾਂ ਬੇਟੀਆਂ ਹੋ ਗਈਆਂ ਤੇ ਇੱਕ ਉਦੋਂ ਬਾਅਦ ਚਲੋ ਫਿਰ ਪ੍ਰੈਗਨੈਂਟ ਹੋਈ ਉਹਦੀ ਵਾਈਫ ਤੇ 2 ਵਾਰ ਕਹਿੰਦੇ। ਨਾਲ ਹੀ ਉਹਨੇ ਕੋਈ ਪੜ੍ਹਾਉਂਦਾ ਸੀ ਮੁੰਡਾ, ਉਹ ਵੀ ਪੰਡਤਾਂ ਦਾ ਸੀ, ਕੋਈ ਚੈੱਕ ਵੀ ਨਹੀਂ ਕਰਾਇਆ ਤੇ ਦੇਖੋ 2 ਵਾਰੀ ਅਬੋਰਸ਼ਨ ਕਰਾਤਾ, ਕਹਿੰਦੇ ਕੁੜੀ ਹੋਣੀ ਉਹਨੇ ਦੱਸ। ਫਿਰ ਹੋਰ ਸੁਣੋ ਜੀ, ਦੇਖੋ ਵੀ ਕੁਦਰਤ ਦੀ ਮਾਰ। ਉਦੋਂ ਬਾਅਦ ਫਿਰ ਮੁੰਡਾ ਹੋਇਆ ਜੀ ਤੇ ਮੁੰਡੇ ਦਾ ਦਿਲ ਹੀ ਨਹੀਂ ਪੂਰਾ ਬਣਿਆ, PGI ਰੱਖਿਆ 4-5 ਦਿਨਾਂ ਬਾਅਦ, 6 ਹਫ਼ਤੇ ਬਾਅਦ ਮਰ ਕੇ। ਸੌਰੀ ਜੀ। ਤੇ ਬੋਡੀ ਨੇ ਸਾਰਾ ਵੀ ਇਹ ਕਰਤਾ ਵੀ ਇਹਨਾਂ ਨੇ ਤਾਂ ਮਾਰ ਹੀ ਦੇਣਾ, ਅਬੋਰਸ਼ਨ ਕਰਾ ਕੇ ਕੀ ਪੂਰਾ ਬਣਾਉਣਾ ਇਹਦਾ। ਉਹ ਕਰਤਾ ਸਭ ਕੁਝ ਜਾਣਦਾ ਜੀ। ਬਿਲਕੁਲ ਆਪ ਬੰਦਾ ਉਹ ਬੰਦੇ ਕੋਲੇ ਮੰਨਿਆ, ਉਹਨੇ ਮੈਨੂੰ ਦੱਸਿਆ ਤੇ ਮੇਰਾ ਹੁਣ ਵੀ ਤੁਹਾਨੂੰ ਦੱਸਿਆ ਲੂ ਕੰਡਾ ਖੜਾ ਹੋ ਗਿਆ। ਤੇ ਜਿੱਦੇ ਉਹਨੇ ਮੈਨੂੰ ਦੱਸਿਆ ਮੇਰੇ ਫਰੈਂਡ ਦਾ ਸੀਗਾ ਮੇਰਾ, ਉੱਤੇ ਬਹੁਤ ਦੇਖੋ ਵੀ ਕੁਦਰਤ ਬੰਦਾ ਭੁੱਲਿਆ ਰਿਹਾ। ਸੋ ਸੈਡ। ਜਮਾ ਸੱਚੀ ਗੱਲ ਆ। ਕੋਈ ਵੀਰੇ ਮੈਂ ਇਹੀ ਗੱਲ ਕਹਿ ਚੁੱਕਾ ਕਿ ਅਬੋਰਸ਼ਨ ਕਰਾ ਲੈਂਦੇ, ਬਾਅਦ ਪਤਾ ਲੱਗਦਾ ਜਦੋਂ ਆ ਕੇ ਦੱਸਦੇ ਤੇ ਮੁੰਡਾ ਸੀ। ਹਾਂਜੀ ਚਾਵਲਾ ਸਾਹਿਬ, ਮੇਰੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਇੱਕ ਲੜਕੀ ਹੋਈ,
ਉਸ ਤੋਂ ਬਾਅਦ ਉਹਦੇ ਵਿੱਚ 4 ਅਬੋਰਸ਼ਨ ਕਰਾਏ। ਫਿਰ ਲਟਕਾ ਹੋਇਆ ਜਵਾਨ ਹੋਇਆ, ਪ੍ਰਵਾਨ ਚੜਿਆ, ਲੇਕਿਨ ਦੋਵਾਂ ਨੂੰ ਉਹ ਬੱਚੇ ਦਾ ਸੁੱਖ ਭੋਗਣ ਦਾ ਟਾਈਮ ਨਹੀਂ ਮਿਲਿਆ। ਉਹ ਛੋਟੀ ਉਮਰ ਚ ਮੁੰਡਾ ਜਿਹੜਾ ਸੀ ਮਾਂ ਪਿਓ ਮਰ ਕੇ ਨਿਕਲਦਾ ਰਹਿ ਗਿਆ। ਸੰਭਾਲਿਆ, ਪ੍ਰਵਾਨ ਚੜਾਇਆ, ਸ਼ਾਦੀ ਵੀ ਕੀਤੀ, ਸਭ ਕੁਛ ਕੀਤਾ ਉਹਦਾ। ਕੁਦਰਤ ਬੜੀ ਬੇਅੰਤ, ਜਿਹਦੇ ਵਾਸਤੇ ਤੁਸੀਂ ਕਰ ਰਹੇ ਹੋ ਨਾ, ਜਦੋਂ ਅਸੀਂ ਕਰ ਰਹੇ ਹੋ, ਤੁਹਾਨੂੰ ਪਤਾ ਨਹੀਂ ਉਹਦਾ ਸੁੱਖ ਮਿਲਣਾ ਕਿ ਮਿਲਣਾ ਜੀ, ਤੁਹਾਡਾ ਸੁੱਖ ਨੂੰ ਮਿਲਣਾ ਕਿ ਮਿਲਣਾ। ਜੀ 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 ਵੇਖੋ ਕਾਹਦੇ ਵਾਸਤੇ ਕਰ ਰਹੇ ਹੋ? ਅੱਜ ਦੀ ਡੇਟ ਦੇ ਵਿੱਚ ਆਵਲਾ ਸਰ ਕਿਹੜਾ ਖੇਤਰ ਹੈ ਜਿੱਥੇ ਲੜਕੀਆਂ ਅੱਗੇ ਨਹੀਂ ਜਾ ਰਹੀਆਂ? ਬੱਲੇ ਬੱਲੇ ਆ ਜੀ। ਮੈਟ੍ਰਿਕ ਦਾ ਰਿਜ਼ਲਟ ਲੈ ਲਓ, +2 ਦਾ ਲੈ ਲਓ, BA ਦਾ ਲੈ ਲਓ, ਟੌਪਰ ਕੋਲ ਹੈ ਲੜਕੀਆਂ। ਭਾਜੀ ਟਰੱਕ ਚਲਾਉਂਦੀਆਂ ਨੇ ਸਾਡੀਆਂ ਧੀਆਂ, ਟਰੱਕ ਚਲਾਉਂਦੀਆਂ ਨੇ, ਟੈਕਸੀਆਂ ਚਲਾਉਂਦੀਆਂ ਨੇ, ਫੈਕਟਰੀਆਂ ਦੀਆਂ CEO ਨੇ, ਬੜੇ ਹੁੱਬ ਕੇ ਕਹਿੰਦੇ ਆ ਗ੍ਰਹਿ ਮੰਤਰੀ ਅਮਰੀਕਾ ਦੀ, ਆਪਣੇ ਬ੍ਰਿਟੇਨੀਆ ਦੀ ਸਾਡੀ ਭਾਰਤੀ ਪਿਛੋਕੜ ਵਾਲੀ ਬਣੀ ਹੈ ਨਾ ਅੱਜ ਨਵੀਂ। ਹਾਂਜੀ, ਪ੍ਰੀਤੀ ਪਟੇਲ ਵਰਗੇ ਜਿਹੜੇ, ਔਰ ਕਲਪਨਾ ਚਾਵਲਾ ਵਰਗੀਆਂ, ਹੋਰ ਪਤਾ ਨਹੀਂ ਕਿੰਨੀਆਂ ਧੀਆਂ ਨੇ ਜਿਹੜੀਆਂ ਦੇਸ਼ ਦਾ ਨਾਂ ਰੌਸ਼ਨ ਕਰਕੇ ਕਿੰਨੇ ਮੈਡਲ ਲੈ ਕੇ ਜਾਂਦੀਆਂ ਨੇ ਭਾਰਤ ਦੇ ਵਿੱਚ। ਗੱਲ ਵੱਖਰੀ ਹੈ ਕਿ ਤਰਨਤਾਰਨ ਵਾਲੀ ਧੀ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਹਾਂਜੀ, ਤੇ ਇਹ ਗੱਲਾਂ ਬੜੀਆਂ ਨਹੀਂ, ਕਹਿਣ ਨੂੰ ਤਾਂ ਬੜਾ ਕੁਝ ਹੈਗਾ। ਸੋ ਗੱਲ ਇਹ ਹੈ ਕਿ ਆਪਾਂ ਇੱਥੇ ਵਾਈਂਡ ਅਪ ਕਰਦੇ ਹੋਏ, ਇੱਕ ਮੈਂ ਆਖਰ ਦੇ ਵਿੱਚ ਜਿਹੜੀ ਗੱਲ ਮੇਰੇ ਮਨ ਦੇ ਵਿੱਚ ਆਈ ਸੀਗੀ, ਵਿਸਰ ਗਈ ਕਿ ਸੰਸਾਰ ਦੇ ਵਿੱਚ ਅਸੀਂ ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੈਦਾ ਕਰਨ ਵਾਲੀ ਜੀ ਮਾਂ ਉਹਦਾ ਪਿਛੋਕੜ ਪਾੜੋ ਤੁਸੀਂ। ਹਾਂ ਬਿਲਕੁਲ। ਹਾਂ, ਜਕਦਮ ਜੇ ਦੇਸ਼ ਦਾ ਇੱਕ ਖਾਲਸਾ ਰਾਜ ਕਾਇਮ ਕਰਨ ਵਾਲੇ ਦੀ ਮਾਂ ਦਾ ਹਾਲ ਦੇਖ ਲਓ, ਕਿਵੇਂ ਉਹਨੂੰ ਕਿਸ ਤਰੀਕੇ ਦੇ ਨਾਲ ਕਹਿਣ ਕਰਾਉਣ ਦੇ ਮਗਰ ਉਸ ਵਕਤ ਦੇ ਮਾਂ ਬਾਪ ਨੇ ਜੋ ਹਾਲਾਤ ਪੈਦਾ ਕੀਤੇ। ਸੋ ਅਸੀਂ ਅੱਜ ਦੇ ਸੰਸਾਰ ਦੇ ਵਿੱਚ ਵੀ ਨਹੀਂ ਸੁਧਰੇ, ਤੇ ਸੁਧਰਨਾ ਕਦੋਂ? ਅੱਧਾ ਕਹਿੰਦੇ ਅਸੀਂ ਗੁਰੂ ਨਾਨਕ ਮਹਾਰਾਜ ਜਿਹੜਾ ਵਾ ਉਹ ਸਾਡਾ ਗੁਰੂ ਆ, ਸੋ ਕੋ ਮੰਦਾ ਆਖੀਏ ਜਿੱਤ ਜੰਮੇ ਆ ਰਾਜਾ। ਇਹ ਤਾਂ ਬਸ ਕਹਿਣ ਦੀਆਂ ਹੀ ਗੱਲਾਂ ਨੇ, ਬਸ ਸੁਰਾਂ ਹੀ ਆ, ਹੋਰ ਤੇ ਕੁਛ ਨਹੀਂ, ਖੋਖਲੇ ਆ ਅਸੀਂ। ਕੱਲ ਮਿਲਦੇ ਆ 9 ਵਜੇ, 2 ਸਵਾਲ ਵੱਡੇ ਨੇ, ਕਰ ਲਾਂਗੇ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।